IAS अफसर इस समय देश के रब बने बैठे हैं। कोई IAS अफसर ने मैं कहना तुम एफिडेविट ले लो, इनकी प्रॉपर्टी की इन्वेस्टिगेशन कर लो। कोई IAS अफसर इन्ना इस काबल नहीं है, इन्ना गरीब नहीं है कि तनख्वाह के बराबर उन्होंने प्रॉपर्टी बनाए। हरेक IAS अफसर को लगभग 99% IAS अफसरों को नजायज़ आमदन है, नजायज़ ठगी ठोरी है। पूरा कपला पोलीटिकल लोगों की मिली भुगत नाल ते गमाडा के अधिकारी की मिली भुगत नाल है। मैनूं ना अजे पहली बार मीडिया राਹੀਂ पता लग्या कि IAS अफसर ते उन्हां दे घर वाले ते रिश्तेदार भी ਇਹ 'ਚ इन्वॉल्व है। मैं पहले भी कहता ਹੁੰਦਾ जी बिल्लियां की लड़ाई 'ਚ बांदरां की सरदारी। जी रजेश धवान ACA गमाडा सी, ਉਹਦੀ वाइफ का सीधा ही नाम है जसमीन कौर। उन्हें बजाय टेढ़े मेढ़े तरीके नाल रिश्वत लैण दी ਉਹ ਲਈ होएगी ਜਾਂ नहीं लेगी अलग गल है, ਉਹਦਾ सबूत नहीं होना। पर उन्हें सोचा यार भी सीधी भी लै लीए। उन्हें अपनी वाइफ नूं किसान बना के खड़ा करके गमाडा दे विच उन्हें मुआवजा हासिल किया। ਮਸਲੇ ਪਹਿਲਾਂ ਵੀ ਕਈ ਚੱਕੇ ਨੇ ਗਏ ਕਿ ਆਖਰਕਾਰ ਅਫਸਰਾਂ ਦੇ ਜੇ ਕਹੀਏ ਕਿ ਨਕੇਲ ਪਾਉਣ ਵਾਸਤੇ ਜਾਂ ਉਹਨਾਂ ਦੇ ਰਿਸ਼ਵਤਖੋਰੀ ਭਾਂਡੇ ਭੋਲਣ ਨੂੰ ਲੈ ਕੇ ਅੱਜ ਤੱਕ ਦੀ ਪਹਿਲਾਂ ਕੋਈ ਐਡੀ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨਹੀਂ। ਇਸ ਵਾਰ ਸ਼ੁਰੂਆਤ ਤਾਂ ਕਮ ਸੇ ਕਮ ਹੋਈ ਹੈ। ਚਲੋ ਕਿ ਆਖਰਕਾਰ ਅਫਸਰਾਂ ਦੇ ਵੀ ਗੁਲਾਮਿਆਂ ਨੂੰ ਜਾਂ ਕਈ ਉਹਨਾਂ ਦੀ ਜੇਬਾਂ ਨੂੰ ਹੱਥ ਪਿਆ। नहीं मैं बड़ा खुश हाँ जी। असी अकालियों के समय लड़ते रहे हैं, करप्शन के केस बहुत सारे बाहर कट्टे हैं पर कोई परचा नहीं होया। मेरा अपना एक परचा एक बिल्डर खिलाफ है, SPP होम के खिलाफ। मैंने 5 साल लगे FIR दर्ज कराने 2015 च, तो अज तक उसका चलान पेश नहीं होया। कैप्टन अमरिंदर समय भी असीं लड़ते रहे, चरणजीत चन्नी समय भी लड़ते रहे, पर जिस तेज़ी नाल भगवंत मान सरकार ने FIR दर्ज करके कुछ अफसरों को जेलों च भेजना शुरू किया, तो उस तेज़ी नाल मैं अपनी जिंदगी पिछले 20-25 साल की एक्टिविज़म के मैं नहीं देखा किस तरीके छोटे छोटे बूटियां नूं दरख्त दिखा के 5500 रुपये मुआवजा लै गया। एक नर्सरी सीगी बनूड़ की, उहदा ठेका किया गया जमीन च बूटे लगाने का, और ठेके की कीमत सी 50 रुपये बूटा। ਉਹਦੀ ਲੇਬਰ ਵੀ ਉਸੇ ਦੀ ਨਰਸਰੀ ਵਾਲੇ ਦੀ, ਬੂਟਾ ਵੀ ਉਹ ਲੈ ਕੇ ਆਏਗਾ। 50 ਰੁਪਏ ਦਾ ਬੂਟਾ ਲਗਾਇਆ ਜਾਂਦਾ ਸੀ ਤੇ ਉਹਦਾ ਮੁਆਵਜ਼ਾ 5500 ਰੁਪਏ ਲਿਆ ਜਾਂਦਾ ਸੀ। ਛੱਟੀਆਂ ਕਹਿ ਸਕਦੇ ਆਪਾਂ ਸਾਡੀ ਭਾਸ਼ਾ ਨੂੰ 1-1 ਫੁੱਟ ਦੀਆਂ, ਇਹਦੀ ਕੀਮਤ 5500 ਰੁਪਏ ਲੱਗਣੀ ਇੱਕ ਛੱਟੀ ਦੀ। ਇਹਦੇ 'ਚ ਵੀ ਅਫਸਰਾਂ ਦੀ ਇਹੀ ਮਿਲੀ ਭੁਗਤ ਸੀ ਕਿ ਉਹਨਾਂ ਦੇ ਕਰੀਬੀ ਆ ਕੇ ਪਹੁੰਚ ਗਏ ਜਾਂ ਕਰੀਬੀਆਂ ਦਾ ਇਹ ਪੂਰੀ ਪਲੈਨਿੰਗ। ਜਿਹੜੇ ਰਾਜਨੀਤਿਕ ਸਿਆਸੀ ਪਨਾਹ ਤੋਂ ਬਿਨਾਂ ਅਫਸਰ ਗੁੰਡਾਗਰਦੀ ਨਹੀਂ ਕਰ ਸਕਦੇ, ਇਸ ਤਰੀਕੇ ਨਾਲ ਵਸੂਲੀ ਨਹੀਂ ਕਰ ਸਕਦੇ ਨਜਾਇਜ਼ ਤੌਰ 'ਤੇ। वो जमीन लीज ते लैके उत्थे 50 रुपये का बूटा लगा के उन्होंने 5500 रुपये का जो बेचा गया, तो वो फिर जी बागबानी विभाग मुताबिक 110 तो लैके 130 बूटे लगने हैं, उत्थे 500 तो लैके 3000 बूटे दिते गए। जो अपने सारे सबूत आए तो मेरे वालों ये विजिलेंस नूं, मुख्यमंत्री पंजाब नूं ते MLA मोहाली नूं ते होर DC वगैरह नूं शिकायत की गई सी। ਜਿਹੜੇ किसान 1 नंबर का काम कहते असीं 2 नंबर का नहीं करना, उन्होंने 2 लाख रुपये भी नहीं मिले। बहुत सारे किसानों को ਜਿਹੜੇ ਰਿਸ਼ਵਤਖੋਰ ਸੀਗੇ, ਜਿਹੜੇ ਇਹਦੇ ਕਰਿੰਦੇ ਸੀ, ਉਹਨੂੰ 1 ਕਿੱਲੇ ਦਾ ਕਰੋੜ 1.5 ਕਰੋੜ ਵੀ ਮੁਆਵਜ਼ਾ ਮਿਲਿਆ। JPC ਦਾ ਵੈਸੇ ਘੁੰਮਦੇ ਰਹੇ ਹੋਣੇ, ਜਿਹਨੇ ਪੈਸੇ ਠੱਗੀ ਦੇ ਪਹਿਲੇ ਬਥੇਰੇ ਇਹਨਾਂ ਕੋਲੋਂ, ਉਹ ਜੇ 1000 ਰੁਪਏ ਦਾ ਤੇਲ ਫੂਕ ਵੀ ਦਿੱਤਾ ਫਿਰ ਕੀ ਆ। ਪਰ ਇੱਕ ਬੜੀ ਅਨੋਖੀ ਗੱਲ ਹੋਈ ਸੀ ਜਿਹੜੀ ਮੈਂ ਤੁਹਾਡੇ ਚੈਨਲ ਰਾਹੀਂ ਦੱਸ ਰਿਹਾ। ਸਾਲ ਪਹਿਲੇ ਅਫਵਾਹ ਉੱਡ ਗਈ ਸੀ ਕਿ ਮੋਹਾਲੀ ਦੇ ਪਿੰਡਾਂ 'ਚ ਸ਼ੇਰ ਘੁੰਮ ਰਿਹਾ, ਉਹਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਸੀ। ਛੱਤਬੀੜ ਚਿੜੀਆਘਰ ਨੇ ਪਿੰਜਰਾ ਵੀ ਲਗਾਇਆ ਸੀ। ਉਹ ਕਿਉਂ ਲਗਾਇਆ ਗਿਆ ਜੀ? ਕੋਈ ਸ਼ੇਰ ਨਹੀਂ ਆਇਆ ਸੀ। ਇਸੇ ਸਕੈਮ ਨੂੰ ਛੁਪਾਉਣ ਵਾਸਤੇ ਸ਼ੇਰ ਦੀ ਅਫਵਾਹ ਬਾਕਰਪੁਰ ਪਿੰਡ ਤੋਂ ਛੱਡੀ ਗਈ ਸੀ ਇਹਨਾਂ ਚੋਰਾਂ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਅਫਸਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਆਖਰ ਉਹਨਾਂ ਨੇ ਜਿਹੜੇ ਸਰਕਾਰੀ ਕੰਮਕਾਜ ਹੋਣੇ ਨੇ ਠੀਕ ਤਰੀਕੇ ਦੇ ਨਾਲ ਹੋ ਜਾਣ, ਕਿਤੇ ਕੋਈ ਹੇਰਾ ਫੇਰੀ ਨਾ ਹੋਵੇ, ਤਮਾਮ ਤੌਰ ਤੇ ਵੱਡੇ ਅਫਸਰ ਲਾਏ ਜਾਂਦੇ ਨੇ ਉੱਪਰ। ਦੂਜੇ ਪਾਸੇ ਹੁੰਦਾ ਇਹ ਹੈ ਕਿ ਜੇਕਰ ਜਿਵੇਂ ਕਹਿੰਦੇ ਨੇ ਕਿ ਅਫਸਰ ਹੀ ਜੇ ਇਸ ਪੂਰੇ ਘੁਟਾਲਿਆਂ 'ਚ ਰਲ ਜਾਣ ਤਾਂ ਫਿਰ ਬਣੂਗਾ ਕੀ। ਇਹ ਸਵਾਲ ਇਸ ਕਰਕੇ ਖੜਾ ਹੋ ਗਿਆ ਕਿਉਂਕਿ ਜਿਹੜੀ ਤਾਜ਼ਾ FIR ਸਾਹਮਣੇ ਆਈ, ਉਹ ਵਿਜੀਲੈਂਸ ਨੇ ਮਾਮਲਾ ਦਰਜ ਕਰਿਆ। ਹਾਲਾਂਕਿ ਜਦੋਂ ਮਾਮਲਾ ਤਾਂ ਸਾਰਿਆਂ ਦੇ ਸਾਹਮਣੇ ਆ ਗਿਆ, ਪਰ ਆਖਰਕਾਰ FIR ਦੇ ਵਿੱਚ ਕਈ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਜਿਹੜੀਆਂ ਕਿ ਖੈਰ ਉਦੋਂ ਪਹਿਲਾਂ ਵੀ ਸਾਹਮਣੇ ਨਹੀਂ ਸੀ ਆਈਆਂ। ਪਰ ਇੱਕ ਪਾਸੇ ਕਹਿ ਸਕਦੇ ਹਾਂ ਸਰਕਾਰ ਦੀ ਇੱਛਾ ਸ਼ਕਤੀ ਤੇ ਭਗਵੰਤ ਮਾਨ ਦਾ ਉਹ ਸ਼ਕਤੀ ਕਿ ਭਾਵੇਂ ਅਫਸਰ ਹੋਵੇ, ਮੰਤਰੀ ਹੋਵੇ, ਆਪਦਾ ਹੋਵੇ, ਬਗਾਨਾ ਹੋਵੇ, ਛੱਡਣਾ ਕੋਈ ਨਹੀਂ। ਜਿਹਨੇ ਠੱਗੀ ਮਾਰੀ ਆ ਤਾਂ ਇਹ FIR ਜਿਹੜੀ ਤੁਹਾਨੂੰ ਦਿਖਾ ਰਿਹਾ ਮੈਂ, ਇਹ ਸਾਹਮਣੇ ਆਈ ਆ। ਹਾਲਾਂਕਿ ਤੁਹਾਨੂੰ ਇਹਦੇ ਨਾਲ ਪਹਿਲਾਂ ਵੀ ਜਾਣੂ ਕਰਾਇਆ ਸੀ, ਪਰ ਆਖਰਕਾਰ ਜਿਨ੍ਹਾਂ ਨੇ ਇਹ ਪੂਰਾ ਮਸਲਾ ਚੱਕਿਆ, ਜਿਹਨੇ ਸ਼ਿਕਾਇਤ ਕਰੀ, ਆਖਰ ਉਹ ਸ਼ਖਸ ਸਾਡੇ ਨਾਲ ਨੇ। ਸਤਨਾਮ ਦਾਊ ਸਾਡੇ ਨਾਲ ਹੈਗੇ ਨੇਗੇ। ਤੁਹਾਨੂੰ ਸਭ ਦੇਖਿਆ ਜਾਵੇ ਇਹ 17-18 ਜਾਣੇ ਨੇ ਜਿਨ੍ਹਾਂ ਤੇ ਇਹ ਮਾਮਲਾ ਦਰਜ ਹੋਇਆ। ਉਹਦੇ ਵਿੱਚ ਜੇ ਕਿਹਾ ਜਾਵੇ ਘਰ ਵਾਲੀਆਂ ਵੀ ਨੇ ਅਫਸਰਾਂ ਦੀਆਂ। ਤੇ ਇਹ ਉਸ ਸਮੇਂ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਕਿਵੇਂ ਸੀ ਕਿ ਆਖਰਕਾਰ ਐਡੇ ਵੱਡੇ ਤੌਰ ਤੇ ਵੱਡੇ ਅਫਸਰ ਹੀ ਆਪਦੇ, ਜੇ ਕਿ ਉਹਨਾਂ ਦੀ ਘਰ ਵਾਲੀਆਂ ਵੀ ਵਿੱਚ ਨੇ, ਹੋਰ ਵੀ ਕਈ ਜਿਹੜੇ ਵੱਡੇ ਲੋਕ ਸ਼ਾਮਲ ਨੇ, ਵੀ ਆਖਰ ਇੰਨੇ ਕਰੋੜ ਦਾ ਘੁਟਾਲਾ ਕਰੀ ਜਾ ਰਹੇ ਨੇ। ਦੇਖੋ ਇਹ ਜਿਹੜਾ ਸਾਹਮਣੇ ਆਇਆ ਸੀ ਇਲੈਕਸ਼ਨ ਦੇ ਦੌਰਾਨ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ, ਜਾਂ ਉਸ ਤੋਂ ਪਹਿਲੇ ਵੀ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਸਾਡੇ ਕੋਲ ਪਹੁੰਚੇ ਸੀ, ਜਿਹੜੇ ਕਹਿੰਦੇ ਵੀ ਸਾਡੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਅਮਰੂਦਾਂ ਦੇ ਬਾਗਾਂ ਦਾ। ਪਰ ਜਿਨ੍ਹਾਂ ਨੇ ਰਿਸ਼ਵਤ ਦਿੱਤੀ ਅਧਿਕਾਰੀਆਂ ਨੂੰ,
ਉਹਨਾਂ ਨੂੰ ਮੁਆਵਜ਼ਾ ਮੋਟਾ ਮਿਲ ਗਿਆ। ਸਾਨੂੰ ਉਦੋਂ ਇਹ ਨਹੀਂ ਪਤਾ ਵੀ ਜਿਹੜੇ ਅਧਿਕਾਰੀ ਦੀ ਗੱਲ ਕਰਦੇ ਉਹਨਾਂ ਅਧਿਕਾਰੀ ਨੇ ਮੋਟੀ ਕਮਾਈ ਕੀਤੀ ਹੋਈ ਹੈ। ਤੇ ਅਸੀਂ RTA ਵੀ ਲਗਾਈ, ਇਹਦੀ ਇਨਵੈਸਟੀਗੇਸ਼ਨ ਕੀਤੀ ਤੇ ਪੇਪਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤੇ ਅਸੀਂ ਰੌਲਾ ਪਾਉਣਾ ਸ਼ੁਰੂ ਕਰਤਾ। ਗਮਾਡਾ ਨੂੰ ਕਦੇ ਪੁੱਡਾ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਅਖੀਰ ਅਸੀਂ ਗਮਾਡਾ ਨੂੰ ਪੁੱਛ ਲਿਆ ਕਿ ਜੇ ਤੁਸੀਂ 5500 ਰੁਪਈਆ ਇੱਕ ਦਰਖਤ ਦਾ ਮੁਆਵਜ਼ਾ ਦਿੱਤਾ ਹੈ ਤਾਂ ਹੁਣ ਜ਼ਮੀਨ ਤੁਹਾਡੀ ਆ ਗਈ, ਤੁਸੀਂ ਤਾਂ ਦਰਖਤ ਕੱਟ ਕੇ ਡਿਵੈਲਪਮੈਂਟ ਕਰ ਲਈ, ਲੈ ਲੱਕੜ ਲੈ ਕੇ ਆਓ, ਕਿੱਥੇ ਹੈ ਲੱਕੜ? ਉਹਨਾਂ ਕੋਲ ਹੈ ਨਹੀਂ। ਜੇ ਤੁਸੀਂ ਵੱਡੇ ਦਰਖਤਾਂ ਦਾ ਮੁਆਵਜ਼ਾ ਦਿੱਤਾ, ਪਿਛਲੇ ਸਾਲ 2 ਸਾਲ ਤੋਂ ਉਹਨੂੰ ਫਰੂਟ ਲੱਗੇ ਹੋਣਗੇ, ਫਰੂਟ ਦੀ ਨਿਲਾਮੀ ਵੀ ਕੀਤੀ ਹੋਣੀ, ਲਿਆਓ, ਕਿੱਥੇ ਆਓ? ਹੋਇਆ ਕਿ ਉਹਨਾਂ ਦਿਨਾਂ ਦੇ ਦੌਰਾਨ ਫਿਰ ਹਲਵਾਣੇ ਸ਼ੁਰੂ ਕਰ ਦਿੱਤੇ। ਗਮਾਡਾ ਦੀ ਜਿਹੜੀ ਸਰਕਾਰੀ JCB ਹੈ ਉਹ ਲਗਾ ਕੇ ਉੱਥੇ ਖੁਦਾਈ ਕੀਤੀ ਗਈ, ਬੂਟੇ ਜਿਹੜੇ ਹੈ ਉਹ ਖੁਰਦ-ਬੁਰਦ ਕੀਤੇ ਗਏ। ਫਿਰ ਅਸੀਂ ਮੌਕੇ ਦੀ ਵੀਡੀਓ ਬਣਾਉਂਦੇ ਰਹੇ, ਕੁਝ ਵੀਡੀਓ ਤੁਹਾਨੂੰ ਮੈਂ ਦਿੱਤੀਆਂ, ਉਹਦੇ ਵਿੱਚ ਅਸੀਂ ਸਾਰਾ ਕੁਝ ਦਿਖਾਇਆ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਛੋਟੇ ਛੋਟੇ ਬੂਟਿਆਂ ਨੂੰ ਦਰਖਤ ਦਿਖਾ ਕੇ 5500 ਰੁਪਏ ਮੁਆਵਜ਼ਾ ਲੈ ਗਿਆ। ਅਸਲ ਵਿੱਚ ਇੱਕ ਨਰਸਰੀ ਸੀਗੀ ਬਨੂੜ ਦੀ, ਉਹਦੇ ਨਾਲ ਠੇਕਾ ਕੀਤਾ ਗਿਆ ਜ਼ਮੀਨ 'ਚ ਬੂਟੇ ਲਗਾਉਣ ਦਾ। ਉਹ ਠੇਕੇ ਦੀ ਕੀਮਤ ਸੀ 50 ਰੁਪਏ ਬੂਟਾ, ਉਹਦੀ ਲੇਬਰ ਵੀ ਉਸੇ ਦੀ ਨਰਸਰੀ ਵਾਲੇ ਦੀ, ਬੂਟਾ ਵੀ ਉਹ ਲੈ ਕੇ ਆਏਗਾ। 50 ਰੁਪਏ ਦਾ ਬੂਟਾ ਲਗਾਇਆ ਜਾਂਦਾ ਸੀ ਤੇ ਉਹਦਾ ਮੁਆਵਜ਼ਾ 5500 ਰੁਪਏ ਲਿਆ ਜਾਂਦਾ ਸੀ। ਹੈਰਾਨੀ ਦੀ ਗੱਲ ਇਹ ਹੈ, ਜਿੱਦਾਂ ਤੁਸੀਂ ਕਿਹਾ ਕਿ ਬਾਗਬਾਨੀ ਵਿਭਾਗ ਨੇ 132 ਬੂਟੇ ਵੱਧ ਤੋਂ ਵੱਧ ਲਾਉਣ ਦੀ ਸਿਫਾਰਿਸ਼ ਕੀਤੀ ਹੋਈ ਹੈ ਤੇ ਉਹਦੇ ਵਿੱਚ ਇਹ ਵੀ ਹੋਇਆ ਕਿ 500 ਤੋਂ ਲੈ ਕੇ 3000 ਬੂਟਿਆਂ ਦਾ ਮੁਆਵਜ਼ਾ ਜਿਹੜਾ ਦਿੱਤਾ ਗਿਆ। ਜਿੰਨੀ ਜ਼ਮੀਨ ਦਾ ਰੇਟ ਸੀਗਾ 2 ਕਰੋੜ 20 ਲੱਖ ਰੁਪਈਆ 1 ਕਿੱਲੇ ਦਾ, ਤੇ ਇੰਨਾ ਹੀ ਲਗਭਗ ਬੂਟਿਆਂ ਦਾ ਮੁਆਵਜ਼ਾ ਵੰਡਿਆ ਗਿਆ 1 ਏਕੜ ਦਾ। ਪਰ ਇਹਦੇ 'ਚ ਦੇਖਿਆ ਜਾਵੇ ਵਿਉਂਤਬੰਦੀ ਜੇ ਕਹੀਏ ਕਿ ਸ਼ੁਰੂਆਤੀ ਦੌਰ 'ਚ ਹੁੰਦਾ ਇਹ ਹੈ, ਇਹ ਪਹਿਲਾਂ ਗੱਲਾਂ ਸੁਣਦੇ ਹੁੰਦੇ ਅਸੀਂ ਆਮ ਲੋਕਾਂ ਤੋਂ ਵੀ ਆਮ ਕਰਕੇ ਅਫਸਰਾਂ ਨੂੰ ਪਤਾ ਲੱਗ ਜਾਂਦਾ ਕਿੱਥੇ ਜ਼ਮੀਨ ਐਕਵਾਇਰ ਹੋਣੀ ਆ, ਕਿੱਥੋਂ ਦੀ ਹਾਈਵੇ ਨਿਕਲਣਾ ਹੈ। ਉੱਥੇ ਆਪਦੇ ਜਿਹੜੇ ਕਰੀਬੀ ਨੇ ਜਾਂ ਉਹਨਾਂ ਦੇ ਲਿਹਾਜੀ ਨੇ ਉਹ ਆਖਰਕਾਰ ਜਾ ਕੇ ਉਹ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੰਦੇ ਨੇ ਵੀ ਯਾਰ ਉਰੇ ਅੱਜ ਜੇ 2 ਲੱਖ ਦੀ ਜ਼ਮੀਨ ਸਪੋਜ਼ ਕਰੋ ਖਰੀਦੀ ਆ, ਇਹ ਕੱਲ੍ਹ ਨੂੰ 10 ਦੀ ਹੋਈ ਜਾਣੀ ਆ। ਉਹਨਾਂ ਨੂੰ ਪਹਿਲਾਂ ਪਤਾ ਹੈ ਇਹੀ ਮੋਟਾ ਮੁਨਾਫਾ ਹੁੰਦਾ। ਇਹਦੇ 'ਚ ਵੀ ਅਫਸਰਾਂ ਦੀ ਇਹੀ ਮਿਲੀਭੁਗਤ ਸੀ ਕਿ ਉਹਨਾਂ ਦੇ ਕਰੀਬੀ ਆ ਕੇ ਪਹੁੰਚ ਗਏ ਜਾਂ ਕਰੀਬੀਆਂ ਦਾ ਇਹ ਪੂਰੀ ਪਲੈਨਿੰਗ ਸੀ? ਦੇਖੋ, ਅਫਸਰਾਂ ਦੀ ਤੇ ਕਈ ਰਾਜਨੀਤਿਕ ਲੋਕਾਂ ਦੀ ਮਿਲੀਭੁਗਤ ਸੀ, ਜਿਹੜੇ ਹੋ ਸਕਦਾ FIR 'ਚ ਨਾ ਆਉਣਾ, ਉਹਨਾਂ ਦੇ ਖਾਤੇ 'ਚ ਪੈਸੇ ਨਾ ਗਏ ਹੋਣ। ਅਫਸਰ ਜਿਹੜੇ ਰਾਜਨੀਤਿਕ ਸਿਆਸੀ ਪਨਾਹ ਤੋਂ ਬਿਨਾਂ ਅਫਸਰ ਗੁੰਡਾਗਰਦੀ ਨਹੀਂ ਕਰ ਸਕਦੇ, ਇਸ ਤਰੀਕੇ ਨਾਲ ਵਸੂਲੀ ਨਹੀਂ ਕਰ ਸਕਦੇ ਨਜਾਇਜ਼ ਤੌਰ 'ਤੇ। ਜੇ ਵੱਡੇ ਅਫਸਰ ਕਰ ਰਹੇ ਆ ਤੇ ਪੋਲੀਟੀਕਲ ਲੋਕ ਇਨਵੋਲਵ ਹੈ ਤਾਂ ਸਾਰਾ ਕੁਝ ਉਹਨਾਂ ਦੇ ਮਿਲੀਭੁਗਤ ਨਾਲ ਹੁੰਦਾ ਕੀ ਸੀ ਕਿ 6 ਮਹੀਨੇ ਪਹਿਲੇ ਗਮਾਡਾ ਦੇ ਅਧਿਕਾਰੀ ਜਾਂ ਪੋਲੀਟੀਕਲ ਲੋਕ ਜਿਹੜੇ ਆ ਆਪਣੇ ਕਰਿੰਦਿਆਂ ਨੂੰ, ਜਿਹੜੇ FIR 'ਚ ਨਾਮ ਹੈ ਉਹ ਇਹਨਾਂ ਦੇ ਕਰਿੰਦੇ ਹੀ ਆ, ਅਫਸਰਾਂ ਤੇ ਰਾਜਨੀਤਿਕ ਲੋਕਾਂ ਦੇ ਆਪਣੇ ਕਰਿੰਦਿਆਂ ਨੂੰ ਛੱਡ ਦਿੰਦੇ ਸੀ ਕਿ ਜ਼ਮੀਨਾਂ ਠੇਕੇ 'ਤੇ ਲੈ ਲਓ। ਕਿਸਾਨ ਨੂੰ ਪਤਾ ਸੀ ਕਿ ਮੇਰੀ ਜ਼ਮੀਨ ਚਲੇ ਜਾਣੀ ਹੈ, ਪੰਜਾਬ ਸਰਕਾਰ ਨੇ ਲੈ ਲੈਣੀ, ਉਹਦਾ ਮੈਨੂੰ ਮੁਆਵਜ਼ਾ ਮਿਲ ਜਾਏਗਾ, ਤਾਂ ਕਿਸਾਨ 20-50 ਹਜ਼ਾਰ ਰੁਪਏ ਦੇ ਲਾਲਚ ਨਹੀਂ, ਉਹਦੇ ਹੱਕ ਹੈ ਤੇ ਉਹ ਐਗਰੀਮੈਂਟ ਕਰਕੇ ਲੀਜ਼ ਤੇ, ਜਿਹਨੂੰ ਪੰਜਾਬੀ 'ਚ ਕਹਿੰਦੇ ਠੇਕੇ 'ਤੇ ਜ਼ਮੀਨ ਦੇ ਦਿੰਦਾ ਸੀ। ਕਿਸੇ ਨੇ 50,000 ਦੀ ਦਿੱਤੀ, ਕਿਸੇ ਨੇ 10,000 ਦੀ ਦਿੱਤੀ, ਕਿਸੇ ਨੇ ਲੱਖ ਰੁਪਏ ਦੇ ਦਿੱਤੀ। ਉਹਦਾ ਇੰਨਾ ਕੀ ਲਾਲਚ, ਉਹ ਲਾਲਚ ਕੋਈ ਨਜਾਇਜ਼ ਨਹੀਂ ਹੈਗਾ। ਉਹ ਜ਼ਮੀਨ ਲੀਜ਼ 'ਤੇ ਲੈ ਕੇ ਉੱਥੇ 50 ਰੁਪਏ ਦਾ ਬੂਟਾ ਲਗਾ ਕੇ ਉਹਨੂੰ 5500 ਰੁਪਏ ਦਾ ਜਦੋਂ ਵੇਚਿਆ ਗਿਆ ਤੇ ਉਹਦੇ ਫਿਰ ਜਿਹੜੇ ਬਾਗਬਾਨੀ ਵਿਭਾਗ ਮੁਤਾਬਕ 110 ਤੋਂ ਲੈ ਕੇ 130 ਬੂਟੇ ਲੱਗਣੇ ਆ, ਉੱਥੇ 500 ਤੋਂ ਲੈ ਕੇ 3000 ਬੂਟੇ ਦਿੱਤੇ ਗਏ। ਜਦੋਂ ਆਪਣੇ ਕੋਲ ਸਾਰੇ ਸਬੂਤ ਆਏ ਤਾਂ ਮੇਰੇ ਵੱਲੋਂ ਇਹ ਵਿਜੀਲੈਂਸ ਨੂੰ, ਮੁੱਖ ਮੰਤਰੀ ਪੰਜਾਬ ਨੂੰ ਤੇ MLA ਮੋਹਾਲੀ ਨੂੰ ਤੇ ਹੋਰ DC ਵਗੈਰਾ ਨੂੰ ਸ਼ਿਕਾਇਤ ਕੀਤੀ ਗਈ ਸੀ। ਤਾਂ ਉਦੋਂ MLA ਮੋਹਾਲੀ ਨੇ ਵੀ ਜਿਹੜਾ ਇਸ ਮਾਮਲੇ 'ਚ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀਗੀ ਤੇ ਗਮਾਡਾ ਦੇ ਅਧਿਕਾਰੀ ਨੂੰ ਵੀ ਚਿੱਠੀ ਲਿਖੀ ਸੀ। ਮੇਰੇ ਕੋਲ ਤਾਂ ਪ੍ਰੋਪਰ ਇਨਫੋਰਮੇਸ਼ਨ ਆਈ ਨਹੀਂ, ਲੇਕਿਨ ਗਮਾਡਾ ਦੇ ਅਧਿਕਾਰੀ ਨੇ MLA ਮੋਹਾਲੀ ਨੂੰ ਕੁਝ ਜਾਣਕਾਰੀ ਦਿੱਤੀ ਸੀ। ਉਹਦੇ ਵਿੱਚ ਇੱਕ ਕੋਰਟ ਕੇਸ ਦਾ ਹਵਾਲਾ ਵੀ ਸੀ ਤੇ ਉਹ ਕੋਰਟ ਕੇਸ ਮੈਂ ਸਾਰਾ ਜਦੋਂ ਪੜ੍ਹਿਆ, ਉਹਦੇ ਵਿੱਚ ਇਹਨੇ ਚਲਾਕੀ ਨਾਲ ਮੁਆਵਜ਼ਾ ਵਧਾਉਣ ਦਾ ਇੱਕ ਕੇਸ ਪਾਇਆ ਹੋਇਆ ਸੀ ਕਿ ਜਿੰਨਾ ਕੁ ਮੁਆਵਜ਼ਾ ਮਿਲ ਗਿਆ ਬਹੁਤ ਹੈ, ਉਹ ਬਹੁਤ ਨਹੀਂ ਹੈ। ਕਹੀਏ ਵੀ ਜਿਹੜੇ ਜੇ ਆਪਾਂ 2 ਨੰਬਰੀ ਪੈਸੇ ਲਏ, ਕਹਿੰਦੇ ਉਹ 'ਚ ਵੀ ਸੰਤੁਸ਼ਟੀ ਨਹੀਂ ਹੈਗੀ, ਉਹ 'ਚ ਵੀ ਸੰਤੁਸ਼ਟੀ ਨਹੀਂ। ਉਹਦੇ ਵਿੱਚ ਕਿਹਾ ਗਿਆ ਮੁਆਵਜ਼ਾ ਵਧਾ ਦਿਓ ਸਾਡਾ, ਪੁਰਾਣੇ ਕੇਸਾਂ ਦਾ ਹਵਾਲਾ ਦੇ ਕੇ ਜਿਹਨਾਂ ਨੂੰ ਵੱਧ ਮੁਆਵਜ਼ਾ ਮਿਲਿਆ। ਉਹ ਕੇਸ ਦੀ ਜਦੋਂ ਫਾਈਲ ਹੱਥ ਲੱਗ ਗਈ ਤਾਂ ਸਾਡੇ ਕੋਲ ਸਾਰੇ ਸਬੂਤ ਆਏ। ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਕੇਸ ਕੀਤਾ। ਕੁਝ ਸਾਡੇ ਨਾਲ ਕਿਸਾਨ ਜੁੜੇ ਹੋਏ ਆ। ਇੱਕ ਤਾਂ ਕਿਸਾਨ ਗਮਾਡਾ ਦਾ ਅਧਿਕਾਰੀ ਹੈ ਬਾਕਰਪੁਰ ਦਾ, ਸੇਵਾ ਸਿੰਘ ਨਾਮ ਉਹਦਾ। ਉਹ ਕਹਿੰਦਾ ਮੈਂ ਇਮਾਨਦਾਰ ਹੈ, ਮੈਨੂੰ ਸਾਰੀ ਗੱਲ ਦਾ ਪਤਾ, ਮੈਂ ਗਲਤ ਮੁਆਵਜ਼ਾ ਨਹੀਂ ਲੈਣਾ। ਕਹਿੰਦਾ ਮੇਰੇ ਖੇਤ 'ਚ ਠੀਕ ਦਰਖਤ ਖੜੇ, ਮੇਰਾ ਠੀਕ ਮੁਆਵਜ਼ੇ ਦੇ ਦਿਓ। ਉਹ ਜਿਹੜੇ ਕਿਸਾਨ 1 ਨੰਬਰ ਦਾ ਕੰਮ ਕਹਿੰਦੇ ਅਸੀਂ 2 ਨੰਬਰ ਦਾ ਨਹੀਂ ਕਰਨਾ, ਉਹਨਾਂ ਨੂੰ 2 ਲੱਖ ਰੁਪਏ ਵੀ ਨਹੀਂ ਮਿਲਿਆ। ਬਹੁਤ ਸਾਰੇ ਕਿਸਾਨਾਂ ਨੂੰ ਜਿਹੜੇ ਰਿਸ਼ਵਤਖੋਰ ਸੀਗੇ, ਜਿਹੜੇ ਇਹਨਾਂ ਦੇ ਕਰਿੰਦੇ ਸੀ, ਉਹਨੂੰ 1 ਕਿੱਲੇ ਦਾ ਕਰੋੜ 1.5 ਕਰੋੜ ਵੀ ਮੁਆਵਜ਼ਾ ਮਿਲਿਆ। ਇਹਦੇ 'ਚ ਇੱਕ ਚੀਜ਼ ਹੋਰ FIR 'ਚ ਬੜੀ ਦੇਖਣ ਨੂੰ ਮਿਲਦੀ ਹੈ ਜੇ ਕੱਢੀਏ ਕਿ ਆਖਰਕਾਰ ਘਰ ਵਾਲਾ ਵੀ ਹੈ, ਘਰ ਵਾਲੀ ਵੀ ਹੈ ਜੀ, 3 ਤੋਂ 4 ਕਪਲ ਨੇ ਜਿਹੜੇ ਨੇ। ਦੂਜੇ ਪਾਸੇ ਗੱਲ ਆ ਗਈ ਕਿ ਆਖਰ ਜਿਹੜੇ ਕਈ ਹੋਰ ਬੰਦੇ ਨੇ ਉਹਨਾਂ ਦੇ ਭਾਈ ਵੀ ਨੇ, ਭਤੀਜੇ ਵੀ ਨੇ। ਇਹ ਇੱਕੋ ਇੱਕ ਪਰਿਵਾਰ, ਯਾਨੀ ਕਿ ਇਹਨਾਂ ਨੇ ਪੂਰੇ ਪਲੈਨਿੰਗ ਦੇ ਨਾਲ ਦੇਖਿਆ ਵੀ ਇੱਕ ਪਰਿਵਾਰ ਦੇ ਕੋਲੇ ਕਮ ਸੇ ਕਮ ਕਰੋੜਾਂ ਰੁਪਈਆ ਆਵੇ। ਦੇਖੋ ਜੀ, ਮੈਨੂੰ ਨਾ ਅਜੇ ਪਹਿਲੀ ਵਾਰ ਮੀਡੀਆ ਰਾਹੀਂ ਪਤਾ ਲੱਗਿਆ ਕਿ IAS ਅਫਸਰ ਤੇ ਉਹਨਾਂ ਦੇ ਘਰ ਵਾਲੇ ਤੇ ਰਿਸ਼ਤੇਦਾਰ ਵੀ ਇਹ 'ਚ ਇਨਵੋਲਵ ਹੈ। ਮੈਂ ਪਹਿਲੇ ਵੀ ਕਹਿੰਦਾ ਹੁੰਦਾ ਜੀ, ਬਿੱਲੀਆਂ ਦੀ ਲੜਾਈ 'ਚ ਬਾਂਦਰਾਂ ਦੀ ਸਰਦਾਰੀ, ਵੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਦੇ ਬੰਦਿਆਂ ਨੂੰ ਅੰਦਰ ਕਰਨ ਤੇ ਲੱਗੀ ਰਹਿੰਦੀਆਂ, ਉਹ ਬਿੱਲੀਆਂ ਦੀ ਲੜਾਈ ਹੈ।
ਤੇ ਬਾਂਦਰ ਜਿਹੜੇ ਆ ਚਲਾਕੀ ਨਾਲ ਹੇਰਾਫੇਰੀ ਕਰਕੇ ਖਾ ਜਾਂਦੇ ਆ। ਇਸ ਸਕੈਮ 'ਚ ਵੀ ਇਦਾਂ ਹੀ ਹੋਇਆ ਜਿੱਦਾਂ ਉਦਯੋਗਿਕ ਪਲਾਟ ਘੁਟਾਲੇ 'ਚ ਹੋਇਆ ਸੀ। IAS ਅਫਸਰਾਂ ਨੇ ਬਾਂਦਰਾਂ ਦਾ ਰੋਲ ਪਲੇ ਕੀਤਾ ਵੀ ਬਿੱਲੀਆਂ ਦੀ ਲੜਾਈ ਚੱਲਦੀ ਰਹੇਗੀ, ਰਾਜਨੀਤਿਕ ਸਿਆਸੀ ਲੋਕਾਂ ਦੀ ਲੜਾਈ ਚੱਲਦੀ ਰਹੇਗੀ। ਉਹਨਾਂ ਨੇ ਆਪਣੀ ਘਰ ਵਾਲੀਆਂ ਨੂੰ ਠੇਕੇ ਜਿਹੜੇ ਦਵਾਏ ਆ ਮੁਆਵਜ਼ਾ। ਇਹਦੇ ਵਿੱਚ ਤਾਂ ਜਿਹੜੀ ਰਜੇਸ਼ ਧਵਾਨ ਸੀ ACA ਗਮਾਡਾ ਸੀ, ਉਹਦੀ ਵਾਈਫ ਦਾ ਸਿੱਧਾ ਹੀ ਨਾਮ ਹੈਗਾ ਜਸਮੀਨ ਕੌਰ। ਉਹਨੇ ਬਚਾਇਆ ਟੇਢੇ ਮੇਢੇ ਤਰੀਕੇ ਨਾਲ ਰਿਸ਼ਵਤ ਲੈਣ ਦੀ। ਉਹ ਲਈ ਹੋਏਗੀ ਜਾਂ ਨਹੀਂ ਲਏਗੀ ਅਲੱਗ ਗੱਲ ਹੈ, ਉਹਦਾ ਸਬੂਤ ਨਹੀਂ ਹੋਣਾ, ਪਰ ਉਹਨੇ ਸੋਚਿਆ ਯਾਰ ਵੀ ਸਿੱਧੀ ਵੀ ਲੈ ਲਈਏ। ਉਹਨੇ ਆਪਣੀ ਵਾਈਫ ਨੂੰ ਕਿਸਾਨ ਬਣਾ ਕੇ ਖੜਾ ਕਰਕੇ ਗਮਾਡਾ ਦੇ ਵਿੱਚ ਉਹਨੇ ਮੁਆਵਜ਼ਾ ਹਾਸਲ ਕੀਤਾ। ਹੋਰ ਕਈ ਵੱਡੇ ਨਾਮ ਹੈ। ਇੱਕ ਸੁਮਨਪ੍ਰੀਤ ਕੌਰ, ਹਾਊਸ ਨੰਬਰ 3014 ਸੈਕਟਰ BD। ਮੇਰੇ ਕੋਲ ਕੋਈ ਸਬੂਤ ਨਹੀਂ, ਮੀਡੀਆ ਵਾਲੇ ਦੋਸਤਾਂ ਨੇ ਕਿਹਾ ਕਿ ਕਿਸੇ IAS ਅਫਸਰ ਦੀ ਪਤਨੀ ਹੈ, ਉਹਦੇ ਨਾਮ ਵੀ ਬਹੁਤ ਜਿਹੜੇ ਕਰੋੜਾਂ ਰੁਪਏ ਹੋਏ ਆ। ਪਰ ਇਹ FIR 'ਚ ਤਾਂ ਇਹ ਜਿਹੜਾ ਨਾਮ ਤੁਸੀਂ ਜ਼ਿਕਰ ਕਰਿਆ ਸੁਮਨਪ੍ਰੀਤ ਦਾ, ਇਹ 'ਚ ਨਾ ਤਾਂ ਵਾਈਫ ਆਫ ਹੈ ਨਾ ਡਾਟਰ ਆਫ ਹੈ। ਆਮ ਤੌਰ ਤੇ ਜਦੋਂ ਵੀ ਕਿਸੇ ਦਾ ਨਾਮ ਪੈਂਦਾ, ਜਿਵੇਂ ਬਾਕੀ ਵੀ FIR 'ਚ ਨਾਮ ਨੇ, ਫਲਾਣਾ ਉਹ 'ਚ ਲਿਖਿਆ ਹੋਇਆ ਸਨ ਆਫ ਕੌਣ ਹੈ, ਤੇ ਦੇਖਿਆ ਜਾਵੇ ਡਾਟਰ ਆਫ ਕੌਣ ਹੈ, ਵਾਈਫ ਆਫ ਕੌਣ ਹੈ। ਰਜੇਸ਼ ਧਵਾਨ ਦਾ ਵੀ ਜਿਹੜਾ ਤੁਸੀਂ ਜ਼ਿਕਰ ਕਰਿਆ, ਉਹਨਾਂ ਦਾ ਵੀ ਜੇ ਦੇਖਿਆ ਜਾਵੇ ਸਟਾਰਟਿੰਗ ਦੇ ਵਿੱਚ ਜਿੱਥੇ ਵਾਈਫ ਆਫ ਲਿਖਿਆ ਹੋਣਾ ਚਾਹੀਦਾ ਸੀ, ਡਾਟਰ ਆਫ ਉੱਥੇ ਨਹੀਂ ਲਿਖਿਆ ਹੋਇਆ ਹੈਗਾ। ਸਿਰਫ ਇਹ ਜੇ ਦੇਖਿਆ ਜਾਵੇ ਆਖਰ ਕਰੇ ਦਾ ਤਾਂ ਪਤਾ ਵੀ ਨਹੀਂ ਹੈਗਾ ਵੀ ਕੌਣ ਹੈ ਕੌਣ ਨਾ ਜਾਵੇ। ਹਾਂ ਬਿਲਕੁਲ। ਜੇ ਮੈਂ ਇੱਕ ਹੋਰ ਹੈ ਸਿਮਰਪ੍ਰੀਤ ਕੌਰ, ਪਤਨੀ ਸਿੰਦਰਪਾਲ ਸਿੰਘ, 319 ਸੈਕਟਰ 37A ਫਸਟ ਫਲੋਰ। ਇਹਨੂੰ 1 ਕਰੋੜ ਤੋਂ ਵੱਧ ਮਿਲਿਆ। ਇਹਦਾ FIR 'ਚ ਪੂਰਾ ਨਾਮ ਹੈ ਤੇ ਡਿਟੇਲ ਹੈ। ਜਿਹੜੀ ਦੂਜੀ ਸੁਮਨਪ੍ਰੀਤ ਹੈ ਸੈਕਟਰ BD ਦੀ 3014 ਦੀ, ਉਹਦੇ ਨਾਂ ਦਾ ਪਤੀ ਦਾ ਨਾਮ ਹੈ ਤੇ ਨਾ ਉਹਦੇ ਪਿਤਾ ਦਾ ਨਾਮ ਹੈ। ਇਹਦਾ ਮਤਲਬ ਸ਼ੱਕ ਦੇ ਆਧਾਰ ਤੇ ਮੈਂ ਕਹਿ ਰਿਹਾ ਵੀ ਉਹ ਫਸ ਤਾਂ ਗਈ, ਟ੍ਰਾਂਜੈਕਸ਼ਨ ਦਾ ਅਕਾਊਂਟ 'ਚ ਹੋਈ ਹੈ, ਪਰ ਕੋਈ ਨਾ ਕੋਈ ਦਬਾਅ ਪਿਆ IO ਤੇ ਜਿਹਨੇ ਉਹਦਾ ਪੂਰੀ ਡਿਟੇਲ ਨਹੀਂ ਲਿਖੀ। ਕਿਉਂਕਿ ਉਹ ਇਹ ਸੁਣਨ 'ਚ ਆਇਆ ਕਿ ਇਹ ਕਿਸੇ IAS ਅਫਸਰ ਦੀ ਪਤਨੀ ਹੈ। 2 IAS ਅਫਸਰ ਦੀ ਪਤਨੀਆਂ ਤੇ 1 IAS ਅਫਸਰ ਜਿਹੜਾ ਇਹਦੇ ਵਿੱਚ ਇਨਵੋਲਵ ਹੈ। ਜਦੋਂ 3 ਇਹ ਆ ਗਏ ਤਾਂ ਹੋਰ ਵੀ ਬਹੁਤ ਕੁਝ ਹੋਣਗੇ, ਜਿਹੜੇ ਅੱਗੇ 15 ਵੀ ਨਾਮ ਹੈ। ਸਾਨੂੰ ਕੀ ਪਤਾ ਕਿਹੜੇ ਕਿਸੇ IAS ਅਫਸਰ ਦਾ ਮੁੰਡਾ ਹੈ, ਕੁੜੀ ਹੈ, ਪਤਨੀ ਹੈ, ਭੈਣ ਹੈ, ਸਾਨੂੰ ਕੁਝ ਨਹੀਂ ਪਤਾ। ਦੋਸਤ ਮਿੱਤਰ ਹੋ ਸਕਦਾ। ਇਹ ਮਤਲਬ ਜੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਹੈ, ਮੈਨੂੰ ਵਿਜੀਲੈਂਸ ਦੇ ਚੀਫ ਤੇ ਕੋਈ ਸ਼ੱਕ ਨਹੀਂ, ਉਹ ਬੜੇ ਵਧੀਆ ਇਮਾਨਦਾਰੀ ਨਾਲ ਕੰਮ ਕਰਦੇ ਆ। ਪਰ ਸਾਰੀ ਵਿਜੀਲੈਂਸ ਦੇ ਸਾਰੇ ਅਫਸਰ ਇਮਾਨਦਾਰ ਨਹੀਂ ਆ, ਉਹਨਾਂ ਨੂੰ ਕੋਈ ਨਾ ਕੋਈ ਪ੍ਰਭਾਵਿਤ ਕਰ ਸਕਦਾ। ਮੈਂ ਇਸ ਦੀ ਇਨਵੈਸਟੀਗੇਸ਼ਨ ਜਾਂਦਾ ਰਿਹਾ। ਜਿਹੜੇ ਮੇਰੇ ਨਾਲ ਕੁਝ ਬਾਕਰਪੁਰ ਪਿੰਡ ਦੇ ਲੋਕ ਹੈ ਜਾਂ ਹੋਰ ਕਿਸਾਨ ਹੈ ਜਿਨ੍ਹਾਂ ਦਾ ਝਗੜਾ ਸੀਗਾ, ਜਿਹਨਾਂ ਨੂੰ ਮੁਆਵਜ਼ਾ ਪੂਰਾ ਨਹੀਂ ਮਿਲਿਆ, ਉਹ ਮੇਰੇ ਨਾਲ ਵਿਜੀਲੈਂਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਜਾਂਦੇ ਰਹੇ ਆ। ਜਿੰਨੇ ਵੀਡੀਓ ਤੁਸੀਂ ਚੈਨਲ 'ਤੇ ਦਿਖਾਈਆਂ, ਜਿੰਨੇ ਪੇਪਰ ਆ, ਸਾਰੇ ਅਸੀਂ ਦਿੰਦੇ ਰਹੇ ਆ, ਸ਼ਿਕਾਇਤਾਂ ਵੀ ਕਰਦੇ ਰਹੇ ਹਾਂ ਅਸੀਂ। ਤੇ ਵਿਜੀਲੈਂਸ ਨੇ ਕੰਮ ਤਾਂ ਕਰ ਦਿੱਤਾ, ਪਰ ਵਿੱਚ ਵਿਚਾਲੇ ਜ਼ਰੂਰ ਕਿਸੇ ਨਾ ਕਿਸੇ ਨੇ IAS ਅਫਸਰਾਂ ਦੀ ਫੇਵਰ ਕੀਤੀ ਹੈ। ਕਿਉਂਕਿ IAS ਅਫਸਰ ਇੰਨੇ ਚਲਾਕ ਹੈ, ਜਿੱਦਾਂ ਤੁਸੀਂ ਉਦਯੋਗਿਕ ਪਲਾਟ ਘੁਟਾਲੇ ਦੇਖਿਆ, ਉਹ ਸਟ੍ਰਾਈਕ ਕਰਨ ਦੀ ਧਮਕੀ ਵੀ ਸਰਕਾਰ ਨੂੰ ਦੇ ਦਿੰਦੇ, ਸਰਕਾਰ ਨੂੰ ਠੱਪ ਕਰ ਸਕਦੇ ਆ। PCS ਅਫਸਰਾਂ ਨੇ ਕਲਮ ਛੋੜੋ ਹੜਤਾਲ ਵੀ ਕਰ ਦਿੱਤੀ ਸੀ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲਿਖਿਆ ਸੀ ਕਿ ਕੱਲ੍ਹ 2 ਵਜੇ ਤੱਕ ਜੁਆਇਨ ਕਰ ਜਾਓ, ਉਹ ਵੀ ਤਾਂ ਲਿਖਿਆ ਸੀ ਅਸੀਂ ਵਿਜੀਲੈਂਸ ਦਫ਼ਤਰ ਦੇ ਬਾਹਰ ਬਹੁਤ ਵੱਡਾ ਪ੍ਰੋਟੈਸਟ ਕਰਕੇ ਪੁਤਲੇ ਜਲਾਏ ਸੀ। ਪਰ ਇਹ ਲੱਗਦਾ ਵੀ ਦਾਊਂ ਸਾਹਿਬ, ਕਿਉਂਕਿ ਤੁਸੀਂ ਮਸਲੇ ਪਹਿਲਾਂ ਵੀ ਕਈ ਚੱਕੇ ਨੇਗੇ ਕਿ ਆਖਰਕਾਰ ਅਫਸਰਾਂ ਦੇ ਜੇ ਕਹੀਏ ਕਿ ਨਕੇਲ ਪਾਉਣ ਵਾਸਤੇ ਜਾਂ ਉਹਨਾਂ ਦੇ ਰਿਸ਼ਵਤਖੋਰੀ ਭਾਂਡੇ ਭੋੜਨ ਨੂੰ ਲੈ ਕੇ ਅੱਜ ਤੱਕ ਦੀ ਪਹਿਲਾਂ ਕੋਈ ਐਡੀ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨਹੀਂ। ਇਸ ਵਾਰ ਸ਼ੁਰੂਆਤ ਤਾਂ ਕਮ ਸੇ ਕਮ ਹੋਈ ਹੈ, ਚਲੋ ਕਿ ਆਖਰਕਾਰ ਅਫਸਰਾਂ ਦੇ ਵੀ ਗੁਲਾਮਾਂ ਨੂੰ ਜਾਂ ਕਈ ਉਹਨਾਂ ਦੀ ਜੇਬਾਂ ਨੂੰ ਹੱਥ ਪਿਆ। ਨਹੀਂ, ਮੈਂ ਬੜਾ ਖੁਸ਼ ਹਾਂ ਜੀ। ਅਸੀਂ ਅਕਾਲੀਆਂ ਦੇ ਸਮੇਂ ਲੜਦੇ ਰਹੇ ਇੱਥੇ ਕਰਪਸ਼ਨ ਦੇ ਕੇਸ ਬਹੁਤ ਸਾਰੇ ਬਾਹਰ ਕੱਢੇ ਆ, ਪਰ ਕੋਈ ਪਰਚਾ ਨਹੀਂ ਹੋਇਆ। ਮੇਰਾ ਆਪਣਾ ਇੱਕ ਪਰਚਾ ਇੱਕ ਬਿਲਡਰ ਖਿਲਾਫ ਹੈ, SBP ਹੋਮ ਦੇ ਖਿਲਾਫ। ਮੈਨੂੰ 5 ਸਾਲ ਲੱਗੇ FIR ਦਰਜ ਕਰਾਉਣ ਨੂੰ 2015 'ਚ, ਤੇ ਅੱਜ ਤੱਕ ਉਹਦਾ ਚਲਾਨ ਪੇਸ਼ ਨਹੀਂ ਹੋਇਆ। ਕੈਪਟਨ ਅਮਰਿੰਦਰ ਸਮੇਂ ਵੀ ਅਸੀਂ ਲੜਦੇ ਰਹੇ, ਚਰਨਜੀਤ ਚੰਨੀ ਸਮੇਂ ਵੀ ਲੜਦੇ ਰਹੇ, ਪਰ ਜਿਸ ਤੇਜ਼ੀ ਨਾਲ ਭਗਵੰਤ ਮਾਨ ਸਰਕਾਰ ਨੇ FIR ਦਰਜ ਕਰਕੇ ਕੁਝ ਅਫਸਰਾਂ ਨੂੰ ਜੇਲ੍ਹਾਂ 'ਚ ਭੇਜਣਾ ਸ਼ੁਰੂ ਕੀਤਾ, ਤੇ ਉਸ ਤੇਜ਼ੀ ਨਾਲ ਮੈਂ ਆਪਣੀ ਜ਼ਿੰਦਗੀ 'ਚ ਪਿਛਲੇ 20-25 ਸਾਲ ਦੀ ਐਕਟਿਵਿਜ਼ਮ ਦੇ ਵਿੱਚ ਮੈਂ ਨਹੀਂ ਦੇਖਿਆ। ਇਸ ਕਰਕੇ ਕਾਰਵਾਈ ਤੇਜ਼ੀ ਨਾਲ ਕਰ ਰਹੇ। ਸ਼ੱਕ ਜਿਹੜੀ ਹੈ, ਨੀਤ ਵਿੱਚ ਕੋਈ ਖੋਟ ਨਹੀਂ ਹੈ। ਭਗਵੰਤ ਮਾਨ ਸਾਹਿਬ ਦੀ ਨੀਤ ਵਿੱਚ ਕੋਈ ਖੋਟ ਨਹੀਂ ਹੈ। ਚੀਫ ਜਿਹੜਾ ਵਿਜੀਲੈਂਸ ਬਿਊਰੋ, ਉਹਦੀ ਨੀਤ ਵਿੱਚ ਕੋਈ ਖੋਟ ਨਹੀਂ ਹੈ। ਪਰ ਜੇ ਕਾਰ ਦਾ ਇੱਕ ਅੱਧਾ ਪੁਰਜਾ ਖਰਾਬ ਹੈ ਤਾਂ ਉਹ ਕਾਰ ਖਰਾਬ ਨਹੀਂ ਹੈ ਪੂਰੀ, ਕੋਈ ਨਾ ਕੋਈ ਪੁਰਜਾ ਖਰਾਬ ਹੈਗਾ ਹੀ ਹੈ, ਜਿਹਦੇ ਉੱਤੇ ਨਿਗਰਾਨੀ ਰੱਖਣ ਦੀ ਲੋੜ ਹੈ ਭਗਵੰਤ ਮਾਨ ਸਾਹਿਬ ਨੂੰ ਵੀ ਤੇ ਵਿਜੀਲੈਂਸ ਚੀਫ ਨੂੰ ਵੀ। ਕਿਉਂ ਇਹਨਾਂ ਦੇ ਪੂਰੇ ਨਾਮ ਨਹੀਂ ਹੈ, ਕਿਤੇ ਕੋਈ ਅਫਸਰ ਕੋਈ ਬਚਾਉਣ ਦੀ ਕਾਰਵਾਈ ਤਾਂ ਨਹੀਂ ਕਰ ਰਿਹਾ। ਇੱਦਾਂ ਹੁੰਦਾ ਰਹਿੰਦਾ। ਪਰ ਇਹਦੇ 'ਚ ਦੇਖਿਆ ਜਾਵੇ ਟ੍ਰਾਂਜੈਕਸ਼ਨ ਬੜੀ ਕਰੋੜਾਂ ਦੀ ਆ। ਦੇਖਿਆ ਜਾਵੇ ਜਿਵੇਂ ਤੁਸੀਂ ਕਿਹਾ ਕਿ ਆਖਰਕਾਰ JCBਆਂ ਲਾਈਆਂ ਗਈਆਂ ਵੀ ਦਿਖਾਈਏ ਵੀ ਉੱਥੇ ਬੂਟਾ ਵੱਡੇ ਪੱਟਣੇ ਨੇ, JCBਆਂ ਵਾੜਤੀਆਂ, ਛੋਟੇ ਛੋਟੇ ਬੂਟੇ ਸੀ ਜਿਹੜੇ ਤੁਸੀਂ ਵੀਡੀਓ 'ਚ ਦਿਖਾਏ ਨੇ। ਆਖਰਕਾਰ ਕਹਿਣ ਦਾ ਮਤਲਬ ਇਹ ਕਿ ਆਪਦੇ ਪੈਸੇ ਇੱਠਣ ਦੇ ਮਾਰਿਆਂ ਨੇ ਉਹ ਡਿਪਾਰਟਮੈਂਟ ਦੇ ਹੋਰ ਖਰਚਾ ਜ਼ਰੂਰ ਕਰਾਈ ਗਏ, ਕਿਉਂਕਿ ਜਦੋਂ JCBਆਂ ਸਰਕਾਰੀ ਗਈਆਂ ਉਹਦਾ ਖਰਚਾ ਤਾਂ ਹੋਈ ਹੈ। ਹਾਂ ਬਿਲਕੁਲ ਹੋਇਆ, ਪਰ ਸਰਕਾਰੀ ਖਰਚਾ ਇਸ ਕਰਕੇ ਨਹੀਂ ਹੋਇਆ ਹੋਏਗਾ, ਉਹ ਕਿਹੜਾ ਇਹਨਾਂ ਰਿਕਾਰਡ 'ਚ ਪਾਈ ਹੋਣੀ। JPG ਤਾਂ ਵੈਸੇ ਘੁੰਮਦੀ ਰਹੀ ਹੋਣੀ, ਜਿਹਨੇ ਪੈਸੇ ਠੱਗੀ ਦੇ ਪਹਿਲੇ ਬਥੇਰੇ ਇਹਨਾਂ ਕੋਲੋਂ, ਉਹ ਜੇ 1000 ਰੁਪਏ ਦਾ ਤੇਲ ਫੂਕ ਵੀ ਦਿੱਤਾ ਫਿਰ ਕੀ ਆ। ਪਰ ਇੱਕ ਬੜੀ ਅਨੋਖੀ ਗੱਲ ਹੋਈ ਸੀ ਜਿਹੜੀ ਮੈਂ ਤੁਹਾਡੇ ਚੈਨਲ ਰਾਹੀਂ ਦੱਸ ਰਿਹਾ। ਸਾਲ ਪਹਿਲੇ ਅਫਵਾਹ ਉੱਡ ਗਈ ਸੀ ਕਿ ਮੋਹਾਲੀ ਦੇ ਪਿੰਡਾਂ 'ਚ ਸ਼ੇਰ ਘੁੰਮ ਰਿਹਾ, ਉਹਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਸੀ। ਛੱਤਬੀੜ ਚਿੜੀਆਘਰ ਨੇ ਪਿੰਜਰਾ ਵੀ ਲਗਾਇਆ ਸੀ। ਉਹ ਕਿਉਂ ਲਗਾਇਆ ਗਿਆ ਜੀ? ਕੋਈ ਸ਼ੇਰ ਨਹੀਂ ਆਇਆ ਸੀ। ਇਸੇ ਸਕੈਮ ਨੂੰ ਛੁਪਾਉਣ ਵਾਸਤੇ ਸ਼ੇਰ ਦੀ ਅਫਵਾਹ ਬਾਕਰਪੁਰ ਪਿੰਡ ਤੋਂ ਛੱਡੀ ਗਈ ਸੀ ਇਹਨਾਂ ਚੋਰਾਂ ਵੱਲੋਂ।
ਉਹ ਕੀ ਸੀਗਾ ਕਿ ਜਦੋਂ ਅਸੀਂ ਵੀਡੀਓ ਬਣਾਈਆਂ ਮੌਕੇ ਤੇ ਉਹ ਸਾਰਾ ਸਕੈਮ ਨੰਗਾ ਹੋ ਗਿਆ। ਅਸੀਂ ਗਵਾਂਢਾਂ ਨੂੰ ਪੁੱਛਣ ਲੱਗੇ, ਲਿਆ ਲੱਕੜ ਲੈ ਕੇ ਆ ਅਮਰੂਦਾਂ ਦੀ ਕਿੱਥੇ ਹੈ, ਅਮਰੂਦ ਲੈ ਕੇ ਆਓ ਕਿੱਥੇ ਹੈ। ਤਾਂ ਉਹ ਖੁਰਦ ਜਦੋਂ ਕਰਨ ਲੱਗ ਪਏ ਤਾਂ ਸਾਡੇ ਲੋਕ ਜਾ ਕੇ ਵੀਡੀਓ ਬਣਾਉਣ ਲੱਗ ਪਏ, ਮੌਕੇ 'ਤੇ ਫੋਟੋ ਖਿੱਚਣ ਲੱਗ ਪਏ। ਫਿਰ ਇਹਨੇ ਸੋਚਿਆ ਰਾਤ ਨੂੰ ਅਸੀਂ ਖੁਰਦ ਕਰ ਦਈਏ ਬਾਗਾਂ ਨੂੰ, ਤਾਂ ਰਾਤ ਨੂੰ ਵੀ ਕਰਨਾ ਸ਼ੁਰੂ ਕਰ ਦਿੱਤਾ। ਫਿਰ ਸਾਡੇ ਬੰਦੇ ਜਾ ਕੇ ਉਹਦੇ ਛਾਪਾਮਾਰੀ ਕਰਕੇ ਵੀਡੀਓ ਤੇ ਫੋਟੋ ਬਣਾਉਂਦੇ ਸੀ। ਫਿਰ ਇਹਨੇ ਅਫਵਾਹ ਉਡਾਤੀ ਕਿ ਇੱਥੇ ਸ਼ੇਰ ਆ ਗਿਆ। ਉਹ ਸ਼ੇਰ ਦੀ ਵੀਡੀਓ ਪਾਈ ਗਈ ਜਾਲੀ, ਕੋਈ ਪਤਾ ਨਹੀਂ ਯੂਪੀ ਦੀ, ਬਿਹਾਰ ਦੀ, ਪਤਾ ਨਹੀਂ ਕਿੱਥੇ ਦੀ ਸੀ। ਉਹ ਇੱਥੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਤਾਂ ਕਿ ਲੋਕ ਡਰ ਕੇ ਆਪਣੇ ਘਰਾਂ 'ਚ ਵੜ ਜਾਣ, ਇਹ ਰਾਤ ਨੂੰ ਖੁਰਦ ਕਰ ਦੇਣ। ਇਹ ਬਾਕਰ ਪਿੰਡ ਦੇ ਕੁਝ ਬੰਦੇ ਸਾਡੀ ਟੀਮ ਦੇ ਵਿੱਚ ਸ਼ਾਮਲ ਆ, ਉਹਨਾਂ ਨੇ ਦੱਸਿਆ ਉਹ ਉਦੋਂ ਡੰਡੇ ਲੈ ਕੇ ਖੇਤਾਂ 'ਤੇ ਘੁੰਮਦੇ ਰਹੇ, ਕਹਿੰਦੇ ਕੋਈ ਸ਼ੇਰ ਨਹੀਂ ਸਾਨੂੰ ਪਤਾ, ਸਿਰਫ ਇਹੀ ਲੋਕ ਕਰਦੇ ਆ। ਸੋ ਜੀ ਇਹਦੇ ਚ ਇੱਕ ਲਾਸਟ ਜੇ ਕਹੀਏ ਦੌਮ ਸਾਹਿਬ ਦੇਖਿਆ ਜਾਵੇ ਐਡਾ ਵੱਡਾ ਬਿਊਰੋ ਨਿਕਲ ਕੇ ਸਾਹਮਣੇ ਆ ਗਿਆ, 17-18 ਬੰਦੇ ਦੇ ਨਾਂ ਆ ਗਏ। ਕਈ ਜੇ ਦੇਖਿਆ ਜਾਵੇ ਜਿਹੜੇ ਇਹਦੇ ਚ ਨਾਂ ਹੈਗੇ ਨੇਗੇ ਵੀ ਆਖਰਕਾਰ ਇਹਨਾਂ ਲੋਕਾਂ ਨੇ ਜੀ ਉੱਥੇ ਉਹਨਾਂ ਦਾ ਚੰਗਾ ਰਸੂਖ ਸੀਗਾ, ਉਹਨਾਂ ਨਾਲ ਜਾ ਕੇ ਮਿਲੇ। ਅਫਸਰ ਨੂੰ ਜਦੋਂ ਦੇਖਦੇ ਆ ਕਿ ਕੋਈ IAS ਜਾਂ IPS ਨੂੰ ਜਦੋਂ ਗੱਲ ਹੁੰਦੀ ਆ, ਪੂਰਾ ਦਾਰਮਦਾਰ ਉਹਨਾਂ ਦੇ ਸਿਰ ਤੇ ਹੁੰਦਾ, ਪ੍ਰਸ਼ਾਸਨਿਕ ਸਿਸਟਮ ਕਿਵੇਂ ਚੱਲਣਾ ਵਧੀਆ ਢੰਗ ਦੇ ਨਾਲ। ਜੇ ਕੋਈ ਗਲਤ ਹੁੰਦਾ ਤਾਂ ਉਹਨਾਂ ਦੀ ਕਾਰਵਾਈ ਉਹ ਕਰਨਗੇ। ਪਰ ਗੱਲ ਇਹ ਹੈ ਵੀ ਜਦੋਂ ਹੁਣ ਬੜ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਆਖਰਕਾਰ ਯਕੀਨ ਕਿਤੇ ਕਰੂਗੀ, ਸੋਸਾਇਟੀ ਕਿਤੇ ਯਕੀਨ ਕਰੂਗੀ। ਇਹ ਤਾਂ ਇਹ ਹੈ ਵੀ ਚਲੋ ਇਹਨਾਂ ਨੇ ਸਰਕਾਰ ਆਈ, ਇਹਨਾਂ ਨੇ ਕਾਰਵਾਈ ਕਰਾਤੀ, ਅਦਰਵਾਈਜ਼ ਤਾਂ ਨਹੀਂ। ਇਹ ਫਿਰ ਮਾਮਲਾ ਲੰਘਿਆ ਪਿਆ ਸੀ ਉਦੋਂ ਦਾ, ਜਦੋਂ ਦਾ ਤੁਸੀਂ ਰੌਲਾ ਪਾਉਂਦੇ ਆਏ। ਦੇਖੋ ਜੀ, ਆਵਾਜ਼ ਉੱਤੇ ਆਇਆ ਹੈ। IAS ਅਫਸਰਾਂ ਖਿਲਾਫ ਕਾਰਵਾਈ ਕਰਨੀ ਕਿੰਨੀ ਔਖੀ ਹੈ। ਧਾਰਾ 17A ਦਾ ਹਵਾਲਾ ਦੇ ਕੇ ਜਿਹੜੀ IAS ਅਫਸਰ ਨੀਲਿਮਾ ਅੱਜ ਤੱਕ ਬਚੀ ਹੋਈ ਹੈ ਫਿਲਿਪਸ ਘੁਟਾਲੇ 'ਚ, ਉਦਯੋਗਿਕ ਪਲਾਟ ਘੁਟਾਲੇ 'ਚ, ਉਹ ਕੀ ਆ ਕਹਿੰਦੇ ਸਾਡੇ ਕੋਲ ਪਰਮਿਸ਼ਨ, ਤੁਹਾਡੇ ਕੋਲ ਪਰਮਿਸ਼ਨ ਹੈ ਨਹੀਂ ਸਾਨੂੰ ਗ੍ਰਿਫਤਾਰ ਕਰਨ ਦੀ, ਸਾਡੀ ਇਨਵੈਸਟੀਗੇਸ਼ਨ ਕਰਨ ਦੀ। IAS ਅਫਸਰ ਇਸ ਸਮੇਂ ਦੇਸ਼ ਦੇ ਰੱਬ ਬਣੀ ਬੈਠੇ ਆ, ਕਿਉਂਕਿ ਸਰਕਾਰਾਂ ਤਾਂ ਆਉਂਦੀ ਜਾਂਦੀ ਰਹਿੰਦੀਆਂ, ਹਰ 5 ਸਾਲ ਬਾਅਦ ਕੋਈ ਨਾ ਕੋਈ ਕਿਸੇ ਪਾਰਟੀ ਦੀ ਸਰਕਾਰ ਆ ਸਕਦੀ ਹੈ। ਪਰ IAS ਅਫਸਰ 30-30 40-40 ਸਾਲ ਜਿਹੜੇ MD ਬਣੇ ਰਹਿੰਦੇ ਆ ਅਲੱਗ-ਅਲੱਗ ਡਿਪਾਰਟਮੈਂਟਸ ਦੇ। ਇਹਨਾਂ ਦੀ ਤਨਖਾਹ ਜਿਹੜੀ ਹੈ ਸਾਰੀ ਜ਼ਿੰਦਗੀ ਦੀ 3 ਕਰੋੜ ਤੋਂ ਜ਼ਿਆਦਾ ਨਹੀਂ ਬਣਦੀ। ਪਰ ਕੋਈ IAS ਅਫਸਰਾਂ ਦੇ, ਮੈਂ ਕਹਿੰਦਾ ਤੁਸੀਂ ਐਫੀਡੇਵਿਟ ਲੈ ਲਓ, ਇਹਦੀ ਪ੍ਰਾਪਰਟੀ ਦੀ ਇਨਵੈਸਟੀਗੇਸ਼ਨ ਕਰ ਲਓ। ਕੋਈ IAS ਅਫਸਰ ਇੰਨਾ ਇਸ ਕਾਬਲ ਨਹੀਂ ਹੈਗਾ, ਇੰਨਾ ਗਰੀਬ ਨਹੀਂ ਹੈ ਕਿ ਤਨਖਾਹ ਦੇ ਬਰਾਬਰ ਉਹਨਾਂ ਪ੍ਰਾਪਰਟੀ ਬਣਾਏ। ਹਰੇਕ IAS ਅਫਸਰ ਕੋਲੇ ਲਗਭਗ 99% IAS ਅਫਸਰਾਂ ਕੋਲੇ ਨਜਾਇਜ਼ ਆਮਦਨ ਹੈ, ਨਜਾਇਜ਼ ਠੱਗੀ ਠੋਰੀ ਹੈ। ਉਹਨਾਂ ਨੇ ਆਪਣੇ ਮਤਲਬ ਦੇ ਕਾਨੂੰਨ ਬਣਾ ਲਿਆ ਕਿ ਧਾਰਾ 17 ਇਹਦੇ ਤੇ ਪਰਮਿਸ਼ਨ ਲੈ ਕੇ ਸਾਨੂੰ ਤੇ ਗ੍ਰਿਫਤਾਰ ਨਹੀਂ ਕਰ ਸਕਦੇ। ਉਹ ਹੋ ਸਕਦਾ ਵਿਜੀਲੈਂਸ ਦੀ ਮਜਬੂਰੀ ਹੋਵੇ, ਕਿਉਂਕਿ ਨੀਲਿਮਾ ਦਾ ਹੁਣ ਤੱਕ ਅਰੈਸਟ ਨਹੀਂ ਹੋਈ। ਫਿਲਿਪਸ ਦਾ ਘੁਟਾਲਾ ਗੋਲਮੋਲ ਕਰਨ ਵਾਸਤੇ IAS ਅਫਸਰਾਂ ਨੇ ਜ਼ੋਰ ਲਾਇਆ ਹੋਇਆ। ਹੋ ਸਕਦਾ ਵਿਜੀਲੈਂਸ ਨੇ ਤਾਂ ਕਰਕੇ IAS ਅਫਸਰਾਂ ਦਾ ਹਾਲੇ ਸਿੱਧਾ ਨਾਮ ਨਾ ਪਾਇਆ ਹੋਵੇ, ਕੋਈ ਸਰਕਾਰ ਤੋਂ ਹਰੀ ਝੰਡੀ ਮਿਲਣੀ ਹੋਵੇ ਜਾਂ ਬਾਅਦ 'ਚ ਪਾਇਆ ਜਾਣਾ। ਇਹ ਵੀ ਇੱਕ ਮੈਨੂੰ ਸ਼ੰਕਾ ਦੀ ਗੁੰਜਾਇਸ਼ ਬਣਦੀ ਹੈ, ਕਿਉਂਕਿ IAS ਲੌਬੀ ਜਿਹੜੀ ਹੈ ਪਰਚੇ ਦਰਜ ਨਹੀਂ ਹੋਣ ਦਿੰਦੀ, ਆਪਣੇ ਬੰਦੇ ਅਰੈਸਟ ਨਹੀਂ ਹੋਣ ਦਿੰਦੀ। ਤਾਂਹੀਓ ਕਰਕੇ ਲੱਗਦਾ ਵੀ ਆਖਰਕਾਰ ਫਿਰ ਜਦੋਂ ਕਹਿੰਦੇ ਨੇ ਕਿ ਫੌਜ ਨੂੰ ਲੈ ਕੇ ਲਗਾਤਾਰ ਚੱਲਦਾ ਰਹਿੰਦਾ ਵੀ ਆਖਰ ਲੋਕਾਂ ਨੂੰ ਜਾਗਰੂਕ ਕਰੋ ਜੀ, ਉਧਰ ਨੂੰ ਜਾਣ। ਹੁਣ ਹਰੇਕ ਤਾਂ ਬੰਦਾ ਕਹਿੰਦਾ ਵੀ ਜਵਾਕ IAS ਬਣ ਜਾਏ, ਕਿਉਂਕਿ ਜਿਹੜੇ ਇੰਨੇ ਕਰੋੜਾਂ ਰੁਪਏ ਉਹ ਤਾਂ ਨਹੀਂ ਬਣ ਸਕਦੇ ਹੈਗੇ। ਖੈਰ, ਪਰ ਇਹ ਘੁਟਾਲੇ ਨੇ ਇੱਕ ਚੀਜ਼ ਜ਼ਰੂਰ ਸਾਫ਼ ਕਰਤੀ ਆ ਵੀ ਜੇ ਇੱਛਾ ਸ਼ਕਤੀ ਹੋਵੇ, ਫਿਰ IAS ਹੋਵੇ, PCS ਹੋਵੇ, IPS ਹੋਵੇ, ਉਹਦੇ ਤੇ ਕਾਰਵਾਈ ਕਰਨੀ ਕੋਈ ਔਖੀ ਨਹੀਂ ਗੀ ਹੈਗੀ। ਇੱਛਾ ਸ਼ਕਤੀ ਦੀ ਲੋੜ ਹੈ, ਜਿਹੜੀ ਕਿ ਇਸ ਵਾਰੀ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਇਹ ਗੱਲ ਕਿ ਆਖਰਕਾਰ ਹੁਣ ਜੇਕਰ ਕਾਰਵਾਈਆਂ ਤੋਂ ਬਾਅਦ ਜਿਉਂ-ਜਿਉਂ ਅੱਗੇ ਜੇ ਸਖਤੀ ਦੇ ਨਾਲ ਇਸੇ ਤਰ੍ਹਾਂ ਦੇ ਨਾਲ ਪਹਿਰਾ ਦਿੱਤਾ ਜਾਵੇ ਇਸ FIR ਨੂੰ ਲੈ ਕੇ, ਤਾਂ ਕੱਲ੍ਹ ਨੂੰ ਜੇਕਰ ਉਹ ਪੈਸੇ ਵਾਪਸ ਕਰਾਏ ਜਾਣ, ਕਿਉਂਕਿ ਪੈਸਾ ਤਾਂ ਲੋਕਾਂ ਦਾ ਹੀ ਸੀ ਤੇ ਲੋਕਾਂ ਦੇ ਪੈਸੇ ਨੂੰ ਕਿਸ ਤਰ੍ਹਾਂ ਦੇ ਨਾਲ ਇੱਠਿਆ ਗਿਆ ਉਹ ਸਾਫ਼ ਤੌਰ ਤੇ ਇਹਦੇ ਪੂਰੀ FIR ਦੇ ਵਿੱਚ ਸਪਸ਼ਟ ਹੋਇਆ। ਤੇ ਪੂਰੇ ਮਾਮਲੇ ਨੂੰ ਲੈ ਕੇ ਬਾਕੀ ਕੋਸ਼ਿਸ਼ ਸਤਨਾਮ ਦਾਊਂ ਦੀ ਸੀ ਕਿ ਆਖਰ ਲਗਾਤਾਰ ਲੱਗੇ ਰਹੇ, ਕਿਉਂਕਿ ਹਰੇਕ ਬੰਦਾ ਇੰਨਾ ਸਮਾਂ ਨਹੀਂਗਾ ਲਮਕ ਸਕਦਾ, ਲਟਕ ਸਕਦਾ ਤੇ ਕੋਸ਼ਿਸ਼ ਕਰ ਸਕਦਾ ਕਿ ਆਖਰ ਉਹ ਆਪਦੇ ਕੰਮਕਾਜ ਛੱਡ ਕੇ ਇਹਨਾਂ ਦੇ ਪਿੱਛੇ ਲੱਗਿਆ ਰਹੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।